ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦਾ ਅੱਜ ਪਵਿੱਤਰ ਆਗਮਨ ਪੁਰਬ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਤੇ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਦੇ ਅੰਦਰ ਜੋ ਹਜੂਰ ਦੇ ਪ੍ਰਥਾਏ ਬਚਨ ਮਿਲਦੇ ਹਨ। ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਧਰ ਨੂੰ ਤਾਰਦੇ ਹੋਏ ਮਹਾਰਾਜ ਸਾਹਿਬ ਜੀ ਮੱਤੇ ਕੀ ਸਰਾਂ ਨਗਰ ਦੇ ਵਿੱਚ ਪਹੁੰਚੇ ਸਨ। ਇੱਥੇ ਬਾਬਾ ਫੇਰੂ ਮੱਲ ਜੀ ਤੇ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦਾ ਨਾਮ ਮਾਤਾ ਸਵਰਾਈ ਵੀ ਇਤਿਹਾਸ ਵਿੱਚ ਆਇਆ, ਤਿਨਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਜਾਣ ਕਰਕੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਸਾਨੂੰ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੋ। ਹਜੂਰ ਦੇ ਬਚਨਾਂ ਅਨੁਸਾਰ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਬਾਬਾ ਫੇਰੂ ਮੱਲ ਜੀ ਦੇ ਘਰ ਦੇ ਵਿੱਚ ਅਵਤਾਰ ਹੋਇਆ, ਧਾਰਨ ਕੀਤਾ ਸੀਗਾ। ਸਮਾਂ ਆਇਆ ਸੰਮਤ 1561 ਬਿਕਰਮੀ ਨੂੰ ਉਸ ਮੱਤੇ ਕੀ ਸਰਾਂ ਦੇ ਵਿੱਚ ਬਾਬਾ ਫੇਰੂ ਮੱਲ ਜੀ ਦੇ ਘਰ ਔਰ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦਾ ਨਾਮ ਮਾਤਾ ਸਮਰਾਈ ਵੀ ਆਇਆ, ਤਿਨਾਂ ਦੀ ਜਨਮਾਂ ਜਨਮਾਂਤਰਾਂ ਦੀ ਭਗਤੀ ਨੂੰ ਫਲ ਲਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਬਾਲਕ ਅਵਸਥਾ ਵਿੱਚ ਮਾਤਾ ਪਿਤਾ ਦੀ ਗੋਦ ਵਿੱਚ ਖੇਡਦੇ ਰਹੇ ਹੈ। ਔਰ ਸਾਧ ਸੰਗਤ ਜੀ, ਜਿਵੇਂ ਜਿਵੇਂ ਆਰਬਲਾ ਵਡੇਰੀ ਹੁੰਦੀ ਗਈ, ਤਿਵੇਂ ਤਿਵੇਂ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪ੍ਰੇਮਾ ਭਗਤੀ ਦੇ ਗੁਣ ਲੈ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਸਨ, ਉਹ ਉਜਾਗਰ ਹੋਣ ਲੱਗ ਪਏ, ਭਾਵ ਪ੍ਰਗਟ ਹੋਣ ਲੱਗ ਪਏ। ਕਵੀ ਰਾਜ ਜੀ ਨੇ ਮਹਾਰਾਜ ਸਾਹਿਬ ਜੀ ਦੀ ਬੜੀ ਸੋਹਣੀ ਮਹਿਮਾ ਲਿਖੀ ਹੈ ਇਤਿਹਾਸ ਦੇ ਅੰਦਰ। ਕਹਿੰਦੇ ਜਿਹੜੇ ਸ਼ੁਭ ਗੁਣ ਸੰਸਾਰ ਦੇ ਵਿੱਚੋਂ ਖੰਭ ਲਾ ਕੇ ਉੱਡ ਗਏ ਸਨ, ਇਹੋ ਜਾਣੋ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੰਸਾਰ ਦੇ ਵਿੱਚ ਆਪਣੇ ਇੰਦਰੀਆਂ ਰੂਪ ਲੈ ਕੇ ਪ੍ਰਗਟ ਹੋਣਾ ਕੀਤਾ ਹੈ। ਮਹਾਰਾਜ ਸਾਹਿਬ ਜੀ ਦੀਆਂ ਜੋ ਗਰੀਬ ਨਵਾਜ ਸਤਿਗੁਰੂ ਜੀ ਦੇ ਨੇਤਰ ਹਨ, ਇਹ ਜਾਣੋ ਕਿ ਵੈਰਾਗ ਤੇ ਵਿਵੇਕ ਲੈ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ। ਹਜੂਰ ਦੇ ਕੰਨ ਹਨ, ਸ਼ਰਧਾ ਤੇ ਵਿਸ਼ਵਾਸ ਦੇ ਗੁਣ ਲੈ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਆ। ਮਹਾਰਾਜ ਸਾਹਿਬ ਜੀ ਦੇ ਪਵਿੱਤਰ ਹੱਥ ਇਹ ਦਾਨ ਔਰ ਸੇਵਾ ਦਾ ਗੁਣ ਲੈ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ। ਹਜੂਰ ਦੇ ਜੋ ਮੁਬਾਰਕ ਚਰਨ ਹਨ, ਇਹ ਸਤਿਗੁਰੂ ਜੀ ਦੀ ਸੇਵਾ ਕਰਨ ਦੇ ਵਿੱਚ, ਮਹਾਰਾਜ ਜੀ ਦੀ ਆਗਿਆ ਵੀ ਚੱਲਣ ਦੇ ਵਿੱਚ ਔਰ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪ੍ਰਦਖਣਾ ਕਰਨ ਦੇ ਵਿੱਚ, ਇਹ ਜੀਵ ਨੂੰ ਲੈ ਕਰਕੇ ਆਉਣ ਦੇ ਲਈ ਸੰਸਾਰ ਦੇ ਵਿੱਚ ਮੰਨ ਲਓ ਕਿ ਪ੍ਰਗਟ ਹੋਏ ਹੈ। ਸੰਗਤ ਜੀ, ਜਦੋਂ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ ਤੇ ਮਾਤਾ ਪਿਤਾ ਨੇ ਨਾਮ ਰੱਖਿਆ ਸੀ ਲਹਿਣਾ। ਪਹਿਲਾ ਨਾਮ ਭਾਈ ਲਹਿਣਾ ਸੀ ਘਰ ਦੇ ਵਿੱਚ, ਔਰ ਜਿੰਨੇ ਵੀ ਨਗਰ ਦੇ ਲੋਕ ਨੇ ਤਿਨਾਂ ਨੇ ਬਾਬਾ ਫੇਰੂ ਮੱਲ ਜੀ ਨੂੰ ਆ ਕੇ ਵਧਾਈਆਂ ਦਿੱਤੀਆਂ। ਘਰ ਦੇ ਵਿੱਚ ਕੋਈ ਪਦਾਰਥਾਂ ਦੀ, ਧਨ ਦੀ, ਮਾਇਆ ਦੇ ਸੁੱਖਾਂ ਦੀ ਕੋਈ ਘਾਟ ਨਹੀਂ ਸੀ। ਇਸ ਲਈ ਜਿੰਨਾ ਵੀ ਕੋਈ ਗਰੀਬ ਲੋੜਵੰਦ ਚੱਲ ਕਰਕੇ ਜਿਨ੍ਹਾਂ ਨੇ ਆ ਕੇ ਜੋ ਵੀ ਕੋਈ ਧਨ ਪਦਾਰਥ ਮੰਗਿਆ, ਬਾਬਾ ਫੇਰੂ ਮੱਲ ਜੀ ਨੇ ਤਿਨਾਂ ਦੀ ਝੋਲੀ ਵਿੱਚ ਪਾਏ ਹੈ। ਤੋ ਇਸ ਪ੍ਰਕਾਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਰ ਦੇ ਯੋਗ ਹੋਏ, ਵਡੇਰੀ ਆਰਬਲਾ ਹੋਈ, ਉਸ ਸਮੇਂ ਸੰਗਤ ਜੀ ਖਡੂਰ ਸਾਹਿਬ ਨਗਰ ਦੇ ਰਹਿਣ ਵਾਲੇ ਭਾਈ ਦੇਵੀ ਚੰਦ ਜੀ ਖੱਤਰੀ ਚੰਦ ਦੇ ਖੱਤਰੀ ਵੰਸ਼ ਦੇ ਹੋਏ ਹੈ। ਤਿਨਾਂ ਦੀ ਇੱਕ ਪੁੱਤਰੀ ਸੀ ਬੀਬੀ ਖੀਵੀ। ਉਹ ਵਰ ਦੇ ਯੋਗ ਹੋਏ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿ ਇਹ ਵਰ ਦੇ ਯੋਗ ਹਨ, ਮੇਰੀ ਪੁੱਤਰੀ ਵੀ ਨੌਜਵਾਨ ਹੈ। ਉਸ ਸਮੇਂ ਬਾਬਾ ਫੇਰੂ ਮੱਲ ਜੀ ਦੇ ਕੋਲ ਚੱਲ ਕਰਕੇ ਆਏ ਸਨ। ਮੱਤੇ ਕੀ ਸਰਾ ਉਸ ਨਗਰ ਵਿੱਚ ਆ ਕੇ ਬੇਨਤੀ ਕੀਤੀ ਹੈ ਕਿ ਆਪਣੇ ਸੁਪੁੱਤਰ ਦਾ
मेरी लड़की दे नाल तुसी नाता जोड़ना करो। इन्हां दे गुण इन्हां दे संयोग चंगे जान करके इन्हां दा विआह कीता जावे। भाई देवी चंद जी की बेनती ਨੂੰ सुन करके बाबा फेरू मल जी ने बाबा लहणा जी का साध संगत जी विआह किया साडे सत्कारयोग माता खीवी जी दे नाल। और तिन्हां दे घर दे विच 2 सुपुत्र ते 2 सुपुत्रियां दा जन्म हुंदा है। बीबी अनोखी जी, बीबी अमरो जी, बाबा दासू जी ते बाबा दातू जी। ये 2 सुपुत्रियां ते 2 सुपुत्र महाराज सच्चे पातशाह दे घर दे भी जन्म लैंदे है। इतिहास अंदर जिक्र आउंदा है कि उमत्ते की सराह जिला मुक्तसर साहिब दे विच जिहड़ा नगर है ना, संगत जी उन्हां नूं उस नगर नूं सब नूं मलिया मेट कर दिता गया सीगा लुट करके। उस समय लुटेरे आ करके लुट लिया करदे सन। कदे किसी पासे लुटेरियां दी धाड़वियां दी धाड़ ने आ करके किसी नगर नूं लुट लैना, कदे किसी ने आ करके किसी पासे लुट लैना। जिथे भी किते देखते सन कि इस नगर में चौकसी घट है, नगर दे लोग भी घट हन कि उन्हां दा कोई सामना नहीं कर सकता। उस नगर में जाके संगत जी धाड़वी बहुत वड्डी गिणती में जाके सारा साजो समान लुट के ले जाते सन। ते केवल उस समय थे ही उत्थे रह गए सीगा, सब कुछ मलिया मेट कर दिता गया सी। ते जदों इदां दा समा चल रहा सी, संगत जी बाबा फेरू मल जी तो उस समय सचखंड गमन कर गए सन, महाराज जी दे पिता जी। और उस समय जेड़े माता खीवी जी दे पिता भाव सतगुरु जी दे सहुरा पिता जी खडूर साहब नगर दे विच रहिंदे, उन्हां दी केवल इक्को एक धी सी जेड़ी माता खीवी दी, जिन्हों बाबा लहणा जी दे नाल विआह दिता सीगा। घर विच कोई पुत्र नहीं सी। धन पदार्थ बहुत सन घर दे विच, माया दे सुख बहुत ज्यादा सन भाई देवी चंद जी दे घर दे विच। इस समा इदां दा जान करके फिर बेनती कीती सी महाराज साहिब जी दे चरणां विच कि आप इत्थे खडूर नगर दे विच जाके रहना करो, मेरे घर दे विच मेरा किहड़ा कोई पुत्र है। महाराज सच्चे पातशाह उन्हां दी बेनती सुन करके इत्थे खडूर साहिब नगर विच रहन लग पए सन। ते संगत जी इतिहास विच जिक्र आउंदा है इस नगर दे रहन वाले भाई जोध जी होए है सतगुरु नानक देव साहिब महाराज साहिब जी दे प्यारे गुरसिख। गरीब नवाज धन गुरु नानक देव साहिब महाराज जी तो सिੱਖੀ दी दात प्राप्त की। हजूर दी रसना तो उचारण कीते हो पावन शब्द गुरबाणी दी पढ़िया कर दे, जो महाराज जी ने जीवन दे अंदर निजम बख्शिया ना कि पिछले पैर अमृत वेले उठना हर एक सिख दे जीवन दा ये सारी संगत जी एक अंग है। अमृत वेले उठ करके इशनान पन करके परमेश्वर नूं याद करना। महाराज जिवें धन गुरु रामदास साहिब पातशाह ने सिख दी रहनी दर्शाई है ना, गुर सतगुर का जो सिख अखाए सो भल के उठ हर नाम ते आवे, उद्यम करे भल के प्रभाती इशनान करे अमृत सर नावे। ये गरीब नवाज सतगुरु ने सिख दी रहनी दसी है कि सिख दे जीवन दे च रहनी होनी चाहिए, मर्यादा होनी चाहिए है। भाई जोध राय जो अमृत वेले उठ करके पिछले पैर उसने उठ करके एकांत जगह विच बैठ जाना इशनान पान करके, और गुरु की बाणी दी शब्द बड़े एक रस प्यार दे नाल बड़ी सुरीली आवाज दे विच पढ़िया करदा है। ते जदों बाबा लहणा जी इस नगर विच रहन लग पए ने, इतिहास विच जिक्र आउंदा है कि जेड़े माता खीवी जी दे पिता जी सन भाई देवी चंद जी, ਉਹ ਇਸ ਨਗਰ ਦੇ ਲੋਕਾਂ ਨੂੰ ਨਾਲ ਲੈ ਕੇ ਤੇ ਜਵਾਲਾਮੁਖੀ ਦੇਵੀ ਦੇ ਦਰਸ਼ਨਾਂ ਵਾਸਤੇ ਜਾਇਆ ਕਰਦੇ ਸਨ। ਉਹਨਾਂ ਨੇ ਜਵਾਲਾਮੁਖੀ ਜਾਣਾ, ਦੇਵੀ ਦੇ ਦਰਸ਼ਨਾਂ ਵਾਸਤੇ ਉਹਦੀਆਂ ਭੇਟਾਂ ਗਾਉਣੀਆਂ, ਜਗਰਾਤੇ ਆਦਿ ਕਰਨੇ ਇਤਿਆਦਿਕ ਉਹ ਨਗਰ ਦੇ ਲੋਕਾਂ ਦੇ ਮੁਖੀ ਬਣ ਕੇ ਜਾਇਆ ਕਰਦੇ ਸਨ। ਤੇ ਜਦੋਂ ਭਾਈ ਦੇਵੀ ਚੰਦ ਜੀ ਚੜ੍ਹਾਈ ਕਰਕੇ ਸਰੀਰ ਤਿਆਗ ਦਿੱਤਾ ਤੇ ਨਗਰ ਦੇ ਲੋਕਾਂ ਨੇ ਮਿਲ ਕਰਕੇ ਉਸ ਸਮੇਂ ਭਾਈ ਲਹਿਣਾ ਜੀ ਨੂੰ ਬੇਨਤੀ ਕੀਤੀ ਕਿ ਘਰ ਦੇ ਵਿੱਚ ਹੋਰ ਤਾਂ ਕੋਈ ਨਹੀਂ ਉਹਨਾਂ ਤੋਂ ਬਿਨਾਂ, ਜੇ ਭਾਈ ਸਾਹਿਬ ਦਾ ਜੇ ਪੁੱਤਰ ਹੁੰਦਾ ਉਹਨਾਂ ਨੂੰ ਇਹ ਸੇਵਾ ਸੀ ਸੌਂਪ ਦਿੰਦੇ, ਉਹਨਾਂ ਦੀ ਡਿਊਟੀ ਲਗਾ ਦਿੰਦੇ। ਪਰ
ਹੁਣ ਹੋਰ ਕੋਈ भी ना होने करके तुहानू असीं बेनती करते हैं। सारे नगर ने मिल करके कहा कि ज्वालामुखी ते देवी के दर्शनां वास्ते तुसीं साडे आगू बन के जाया करो। ते भाई लहणा जी ने उस समय इतिहास में जिक्र आउंदा कि भाई जोध जी की संगत कीती सी कि पहला नगर दे भी जदों एक दिन जगराता हो रहा सीगा खडूर साहिब नगर दे विच सारी रात देवी दियां भेटां गाउंदे रहे और होर भी जेड़े कोई भगत बन करके बैठे सन कईयां ने देवी की पूजा की कई तरह करके उन्हें सारी रात जगराता हुंदा रहा। फिर जदों पिछला पैर अमृत वेला होया ते नगर दे लोग तां आलस दे अधीन हो करके सौ गए भाई, पर भाई लहणा जी एकांत जगह विच बैठ करके सारे संगत जी चौंकड़ा लगा करके समाधि विच लीन हो करके रहे ने। जदों एक दिन भाई जोध जी अमृत वेले बड़ी सुरीली ते प्यार दे नाल आवाज दे भी शब्दां नूं गायन कर रहे, कन्नां विच आवाज पई ते सुभाविक ही जा करके भाई लहणा जी ने पुछया कि भाई सिखा ये किन्हां दी शब्द पढ़दा पिया, किन्हां दी उचारण कीती हुई पावन बाणी है। ये कन्नां विच आवाज पैंदियां सारी साडा मन जिहड़ा टिक जाना कीता है। इन्ना भारी आनंद कदे जिंदगी भर विच नहीं आया जिहड़े इस शब्दां नूं सुणन दे नाल हिरदे विच आनंद प्राप्त होया। ये हिरदे नूं ठारन वाली तपदिया होया नूं शीतल करन वाली ये बाणी किन्हां दी उचारण कीती हुई बाणी है। भाई जोध जी ने दसिया अकाल पुरख वाहिगुरू जी दे सरगुण स्वरूप जगत दे सांझे सतगुरु धन श्री गुरु नानक देव साहिब महाराज साहिब जी की रसना तो उचारण कीती हुई पवित्र गुरबाणी है। महाराज सच्चे पातशाह दे मैनूं दर्शन होणगे, कित्थे महाराज साहिब जी मैनूं मिलणगे। भाई लहणा जी ने पूछया, कहण लगे कि जेड़े आप करतार दा स्वरूप है करतारपुर साहिब नगर दे विच भाग ला रहे है, जीवां दी कल्याण कर रहे ने, बेअंत संगतां दा उद्धार करदे ने सच्चे पातशाह जी। करता करतारपुर करता वसै, धन गुरु अर्जन देव साहिब महाराज साहिब जी ने बचन कहे है गुरबाणी दे अंदर। ते जिवें संगत जी भाई जोध जी ने दसिया, फिर उसे दिन तो मन दे अंदर ये सिक लग गई कि केड़ा समा आवे मैं सतगुरु जी दे दर्शन जाके करा, जिन्हां दी रसना तो शब्द महाराज जी दी पवित्र बाणी उचारण कीती सुन दे नाल इन्ना भारी आनंद आया। फिर इतिहास विच कवि राज जी ने भी जिक्र किया, कहते महाराज किन्ना समा बैठ के अपने मन विच विचारते रहे कि मना जिंदगी दा किन्ना वड्डा पख लंघ गया है, अजे तक इन्ना भारी आनंद कदे छिन मात्र जिन्ना समा भी प्राप्त नहीं होया। सारी रात देवी दियां भेटां गाउंदे रहे मिल करके नगर दे लोकां दे नाल, पर तां भी इन्ना आनंद नहीं प्राप्त होया जिहड़ा इह महाराज जी दे शब्द कन्नां विच आवाज पैणे करके आनंद प्राप्त होया। क्यों ना उन्हां सतगुरां दे दीदार कीते जाण। समा आया नगर दे लोग जदों इकट्ठे हो के भाई लहणा जी नूं बेनती करदे ने सानूं ज्वालामुखी लै करके जावो, ते सारे नगर दे लोग जदों इकट्ठे हो गए ते भाई लहणा जी कहण लगे कि ठीक है तुहाडी बेनती असीं मनदे आ, सारे इकट्ठे हो करके आखदे पए हो, पर एक शर्त है रस्ते विच करतारपुर साहिब नगर आवेगा, उत्थे पहला धन गुरु नानक देव साहिब महाराज जी दे दर्शन असीं करांगे, फिर अगे जावांगे, पहला सतगुरु जी दे दर्शन करने हैं। कहंदे जी ठीक है, नगर दे विच आपां किहड़ा होर किसे पासे जाना, सारे लोग मान गए नगर दे लोग। ते जदों गए है ना संगत जी नगर दे पास पहुंचे, उत्थे बाहर वार जिन्ने भी नगर दे नाल जेड़े साथी कोई संगी गए सन उन्होंने अपना डेरा कर लिया। बहुत वड्डा काफला सीगा, वो हर साल जाया करते सन ज्वालामुखी देवी के दर्शनां वास्ते, जी दा पूजन करते सन। नगर तो बाहर वार अपना डेरा कीता। ते जदों भाई लहणा जी महाराज जी के दर्शनां वास्ते जा रहे, मन के अंदर तो यह हर समय तड़फ लगी रहिंदी सी कि कदों सुभाग समा आवेगा जदों सतगुरां दे मैनूं दर्शन प्रतख प्रतापित होना करनगे। जदों महाराज साहिब जी गए उधर अंतरजामी धन गुरु नानक देव साहिब पातशाह धर्मशाला विच उठ करके महाराज आप बाहर आ गए कि आने वाले समय विच साडी गद्दी दा मालक आ रहा है, इन्हां ने गुरियाई तगड़ ते विराजमान हो करके जीवां दी कल्याण करनी है।
ਅੰਤਰਜਾਮੀ ਸਤਿਗੁਰੂ ਜੀ ਆਪ ਅਗਲਵਾਂਢੀ ਹੋ ਕਰਕੇ ਅੱਗੇ ਆ ਗਏ ਤੇ ਸਤਿਗੁਰੂ ਜੀ ਘੋੜੀ ਤੇ ਅਸਵਾਰ ਹੈ ਤੇ ਮਹਾਰਾਜ ਜੀ ਨੂੰ ਹੀ ਪੁੱਛੇ ਜਾ ਰਹੇ ਨੇ। ਕਹਿਣ ਲੱਗੇ ਇੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਨਗਰ ਵਿੱਚ ਜੀਵਾਂ ਦੀ ਕਲਿਆਣ ਕਰ ਰਹੇ ਹੈ, ਤਿਨਾਂ ਦੇ ਦਰਸ਼ਨ ਕਰਨ ਦੀ ਸਾਡੇ ਮਨ ਵਿੱਚ ਇੱਛਾ ਹੈ। ਤੇ ਮਹਾਰਾਜ ਜੀ ਨੇ ਦੱਸਿਆ ਨਹੀਂ, ਕਹਿੰਦੇ ਕਿ ਸਾਡੇ ਪਿੱਛੇ ਪਿੱਛੇ ਆਈ ਜਾਓ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੱਗੇ ਅੱਗੇ ਤੁਰੇ ਜਾ ਰਹੇ ਹੈ ਤੇ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਪਿੱਛੇ ਪਿੱਛੇ ਜਾ ਰਹੇ ਨੇ। ਧਰਮਸ਼ਾਲਾ ਦੇ ਕੋਲ ਜਾ ਕੇ ਵਚਨ ਕੀਤਾ, ਕਹਿਣ ਲੱਗੇ ਪੁਰਖਾ ਇੱਥੇ ਘੋੜੀ ਨੂੰ ਬੰਨ੍ਹ ਦੇਵੋ ਤੇ ਧਰਮਸ਼ਾਲਾ ਦੇ ਅੰਦਰ ਜਾ ਕੇ ਬੈਠ ਜਾਵੋ, ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਤੁਹਾਨੂੰ ਦਰਸ਼ਨ ਹੋਣਗੇ। ਤੇ ਸਤਿਗੁਰੂ ਜੀ ਆਪ ਛੋਟੀ ਅੰਬਾਰੀ ਦੇ ਵਿੱਚੋਂ ਪਿੱਛੋਂ ਜਾ ਕਰਕੇ ਮਹਾਰਾਜ ਸਾਹਿਬ ਜੀ ਸਿੰਘਾਸਣ ਤੇ ਬਿਰਾਜਮਾਨ ਹੋ ਗਏ ਨੇ। ਤੇ ਜਦੋਂ ਭਾਈ ਲਹਿਣਾ ਜੀ ਘੋੜੀ ਬੰਨ ਕਰਕੇ ਅੰਦਰ ਗਏ ਹੈ ਨਾ, ਸਤਿਗੁਰਾਂ ਦੇ ਦਰਸ਼ਨ ਕੀਤੇ ਸਿੰਘਾਸਣ ਤੇ ਬੈਠਿਆ ਤੇ ਇੱਕ ਵਾਰ ਰੋਮ ਕੰਡੇ ਖੜੇ ਹੋ ਗਏ ਆ ਕਿ ਮਨਾ ਤੂੰ ਕਿੰਨੀ ਭਾਰੀ ਅਵਗਿਆ ਕੀਤੀ ਹੈ। ਇਹੋ ਸਤਿਗੁਰੂ ਜੀ ਹੈ ਜਿਨ੍ਹਾਂ ਨੂੰ ਪੁੱਛ ਕਰਕੇ ਆਪ ਘੋੜੀ ਤੇ ਚੜ੍ਹ ਕੇ ਆਇਆ ਤੇ ਮਹਾਰਾਜ ਪੈਦਲ ਚੱਲ ਕੇ ਆ ਰਹੇ ਸਨ। ਆਪਣੇ ਮਨ ਦੇ ਅੰਦਰ ਹੀ ਅੰਦਰ ਬਾਰ-ਬਾਰ ਇਦਾਂ ਵਿਚਾਰਾਂ ਕਰੀ ਜਾ ਰਹੇ ਨੇ। ਅੰਤਰਜਾਮੀ ਸਤਿਗੁਰੂ ਜੀ ਜਿੱਥੇ ਹੋਰ ਸੰਗਤ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਰਹੇ, ਸੰਗਤ ਦੀਆਂ ਬੇਨਤੀਆਂ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਨਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ, ਉੱਥੇ ਭਾਈ ਲਹਿਣਾ ਜੀ ਨੂੰ ਬੁਲਾਇਆ। ਕਹਿਣ ਲੱਗੇ ਪੁਰਖਾ ਕਿਹੋ ਜਿਹਾ ਮਨ ਵਿੱਚ ਵਿਚਾਰਾਂ ਕਰੀ ਜਾਂਦਾ ਪਿਆ। ਮਹਾਰਾਜ ਕਹਿਣ ਲੱਗੇ ਦੱਸ ਤੇਰਾ ਨਾਮ ਕੀ ਹੈ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਨਾਮ ਭਾਈ ਲਹਿਣਾ ਹੈ। ਤੇ ਹਜੂਰ ਕਹਿੰਦੇ ਲੈਣ ਵਾਲੇ ਘੋੜੀਆਂ ਤੇ ਚੜ੍ਹ ਕੇ ਆਉਇਆ ਕਰਦੇ ਆ, ਤੂੰ ਸਾਡੇ ਤੋਂ ਲੈਣਾ ਤੇ ਅਸੀਂ ਤੈਨੂੰ ਦੇਣਾ। ਇਹ ਗੁੱਝਾ ਭੇਦ ਸੀਗਾ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਵਿੱਚ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਗੁਰਿਆਈ ਦੀ ਦਾਤ ਤੁਹਾਨੂੰ ਦੇਣੀ ਹੈ। ਇਹ ਗੁਰਤਾ ਗੱਦੀ ਦੇ ਮਾਲਕ ਤੁਸੀਂ ਆਉਣ ਵਾਲੇ ਸਮੇਂ ਵਿੱਚ ਬਣਨਾ ਹੈ। ਤੇ ਮਹਾਰਾਜ ਕਹਿੰਦੇ ਮਤ ਆਪਣੇ ਮਨ ਵਿੱਚ ਇਹ ਕੋਈ ਵਿਚਾਰ ਕਰਨਾ ਕਰੋ। ਜਦੋਂ ਇਹ ਬਚਨ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਸੁਣਿਆ ਤੇ ਸੰਗਤ ਜੀ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਸਿੱਖ ਤਾਂ ਪਹਿਲਾਂ ਦੀ ਲੱਗੀ ਸੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਕਿ ਕਦੋਂ ਸੁਭਾਗ ਆਵੇ, ਜਦੋਂ ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਐਸੇ ਬਚਨ ਸੁਣੇ ਤੇ ਮਨ ਦੇ ਅੰਦਰ ਹੋਰ ਵੀ ਭਾਰੀ ਖਿੱਚ ਬਣ ਗਈ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿਣੇ ਦਾ ਮਨ ਬਣਾਉਣ ਲੱਗ ਪਏ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਰਾਤ ਉਸ ਤੇ ਰਹਿ ਕਰਕੇ ਬਤੀਤ ਕੀਤੀ ਹੈ ਨਾ, ਅੰਮ੍ਰਿਤ ਵੇੜਾ ਜਦੋਂ ਹੋਇਆ ਤੇ ਜਿਸ ਦੇਵੀ ਦੇ ਦਰਸ਼ਨਾਂ ਵਾਸਤੇ ਜਾ ਰਹੀ ਸਨ ਉਹਨੇ ਇਸਤਰੀ ਦਾ ਔਰਤ ਦਾ ਰੂਪ ਧਾਰਨ ਕੀਤਾ ਤੇ ਆਪ ਮਹਾਰਾਜ ਜੀ ਦੇ ਦਰ ਤੇ ਆ ਕਰਕੇ ਸੰਗਤ ਜੀ ਝਾੜੂ ਫੇਰਨ ਦੀ ਸੇਵਾ ਕਰ ਰਹੀ ਹੈ। ਲਾਲ ਰੰਗ ਦੇ ਉਹਨੇ ਕੱਪੜੇ ਤਨ ਤੇ ਪਹਿਨੇ ਹੋਏ ਔਰ ਮਹਾਰਾਜ ਸਾਹਿਬ ਜੀ ਦੇ ਦਰ ਤੇ ਆ ਕਰਕੇ ਝਾੜੂ ਫੇਰਨ ਦੀ ਸੇਵਾ ਕਰ ਰਹੇ ਤੇ ਬਾਬਾ ਲਹਿਣਾ ਜੀ ਨੇ ਸੁਭਾਵਕ ਹੀ ਅੰਮ੍ਰਿਤ ਵੇੜੇ ਉੱਠ ਕਰਕੇ ਉਹਨੂੰ ਪੁੱਛਿਆ ਕਿ ਇੰਨੇ ਪਿਛਲੇ ਪਹਿਰੇ ਤੇ ਇਹ ਕਿਹੜੀ ਔਰਤ ਕੌਣ ਹੈ ਜੋ ਇੰਨੇ ਸਵਹ ਤੇ ਆ ਕਰਕੇ ਇੱਥੇ ਝਾੜੂ ਫੇਰਨ ਦੀ ਸੇਵਾ ਕਰ ਰਹੀ ਹੈ। ਤੇ ਪੁੱਛਿਆ, ਕਹਿਣ ਲੱਗੇ ਕਿ ਬੀਬੀ ਤੁਸੀਂ ਕੌਣ ਹੋ। ਤੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਕਿ ਜਿਸ ਜਵਾਲਾਮੁਖੀ ਤੇ ਜਾ ਕੇ ਜਿਸ ਦੇਵੀ ਦੀ ਪੂਜਾ ਕਰਨ ਵਾਸਤੇ ਜਿਹਦੇ ਦਰਸ਼ਨਾਂ ਵਾਸਤੇ ਤੁਸੀਂ ਆਪਣੇ ਨਗਰ ਦੇ ਲੋਕਾਂ ਨੂੰ ਸੰਗੀਆਂ ਨੂੰ ਨਾਲ ਲੈ ਕੇ ਜਾ ਰਹੇ ਹੋ, ਮੈਂ ਉਹ ਦੇਵੀ ਇੱਥੇ ਮਹਾਰਾਜ ਦੇ ਦਰ ਤੇ ਝਾੜੂ ਫੇਰਦੀ ਪਈ ਹੈ। ਜਦੋਂ ਇਹ ਬਚਨ ਕੰਨਾਂ ਵਿੱਚ ਪਏ ਆ ਨਾ ਤੇ ਸੁਣ ਕਰਕੇ ਹੈਰਾਨਗੀ ਦੀ ਹੱਦ ਨਾ ਰਹੀ। ਕਹਿਣ ਲੱਗੇ ਕਿ ਜੇ ਉਸ ਦੇਵੀ ਦੇ ਇੱਥੇ ਆ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨੀ ਹੈ ਤੇ ਸਾਨੂੰ ਫਿਰ ਉੱਥੇ ਜਾਣ ਦੀ ਕੀ ਲੋੜ ਹੈ। ਫਿਰ ਪੱਕਾ ਮਨ ਬਣਾ ਲਿਆ ਤੇ ਨਗਰ ਦੇ ਲੋਕਾਂ ਨੂੰ ਫਿਰ ਕਹਿ ਦਿੱਤਾ। ਕਹਿਣ ਲੱਗੇ ਜਿਹੜੇ ਨਾਲ ਸੰਗੀ ਚੱਲ ਕਰਕੇ ਆਈ ਸਨ, ਬਾਬਾ ਲਹਿਣਾ ਜੀ ਕਹਿੰਦੇ ਅਸੀਂ ਤਾਂ ਭਾਈ ਇੱਥੇ ਹੀ ਰਹਿਣਾ ਮਹਾਰਾਜ ਜੀ ਦੇ ਚਰਨਾਂ ਵਿੱਚ, ਜੇ ਤੁਹਾਡੀ ਇੱਛਾ ਹੈ ਤੇ ਤੁਸੀਂ ਜਾ ਕਰਕੇ ਦੇਵੀ ਦੇ ਉੱਥੇ ਦਰਸ਼ਨ ਕਰਾਓ, ਪਰ ਅਸੀਂ ਨਹੀਂ ਮਹਾਰਾਜ ਜੀ ਦਾ ਦਰ ਛੱਡ ਕੇ ਜਾਣਾ। ਸਤਿਗੁਰੂ ਜੀ ਨੇ ਬਚਨ ਵੀ ਕੀਤਾ ਕਿ ਉਹ ਦੇਵੀ ਤਾਂ ਇੱਥੇ ਸਤਿਗੁਰੂ ਜੀ ਦੇ ਘਰ ਦੇ ਵਿੱਚ ਦਰ ਤੇ ਆ ਕੇ ਝਾੜੂ ਫੇਰ ਕੇ ਸ਼ਕਤੀਆਂ ਪ੍ਰਾਪਤ ਕਰਦੀ ਹੈ ਤੇ ਤੁਸੀਂ ਉੱਥੇ ਕੀ ਲੈਣ ਵਾਸਤੇ ਜਾਣਾ। ਪਰ ਉਹਨਾਂ ਨੇ ਨਹੀਂ ਸੀ ਦੇਖਿਆ ਅੱਖੀ, ਤਾਂ ਫਿਰ ਉਹਨਾਂ ਨੂੰ ਸਾਰੀ ਸੰਗਤ ਜੀ ਯਕੀਨ ਨਹੀਂ ਸੀਗਾ ਹੁੰਦਾ ਪਿਆ। ਉਸ ਦਿਨ ਤਾਂ ਉੱਥੇ ਚਲੇ ਗਏ, ਜਦੋਂ ਵਾਪਸ ਆਏ ਨੇ ਤੇ ਉਸ ਸਮੇਂ ਪ੍ਰਤੱਖ ਫਿਰ ਭਾਈ ਲਹਿਣਾ ਜੀ ਨੇ ਉਹਨਾਂ ਨਗਰ ਦੇ ਲੋਕਾਂ ਨੂੰ ਆਪਣੇ ਸਾਥੀਆਂ ਨੂੰ ਵੀ ਦਰਸ਼ਨ ਕਰਵਾ ਦਿੱਤੇ।
फिर वो देवी ने आप दसिया, कहन लगे कि जेड़े मेरे कोल चल करके मेरे भगत बनते, मेरे दास बनते, आके बेनतियां करते हैं, उन्होंने जेड़ियां मैं भोग पदार्थ, माया दे सुख, धन पदार्थां दे सुख देंदी दाता मनदी है ना, ये सारियां शक्तियां धन गुरु नानक देव साहिब महाराज जी के चरणों की सेवा करके मैनूं प्राप्त होंदियां ने। सतगुरु जी के घर दे विच झाड़ू फेरदियां तां ये शक्तियां मैनूं मिलदियां। महाराज सच्चे पातशाह परमेश्वर का स्वरूप हैं। ते संगत जी इतिहास विच वचन आउंदे कि सारे नगर के जिहड़े लोग सन उन्होंने फिर महाराज जी के चरणी पाया, गुरु की सिੱਖੀ ते इन्होंने फिर धारण करवा दिती सी। ऐसे हैं भाई लहणा जी पर उपकारी, जदों महाराज साहिब जी की शरण में रहिंदे है। संगत जी कोई भी सच्चे पातशाह जी अपने मुख तो वचन कर दे, उसी समय 7 वचन कह के सेवा कर दे। कदे महाराज साहिब जी के वचनों को उल्टा के कदे जवाब नहीं दिता। गरीब नवाज धन गुरु नानक देव साहिब महाराज साहिब जी ने भावें बेअंत परखां कीतियां ने संगत जी बाबा लहणा जी दियां, पर हर एक परख दे विच हर कसवट्टी ते पूरे उतरते रहे है। किसी समय माता सुलखणी जी ने कहना कि आप जी के पुत्र वड्डे हो गए है ते इन्हां तों परख करनी है, किहड़ा गुरियाई दे योग है। अंतरजामी सतगुरु जी ने मुस्कुरा के वचन कर देना, जिवें करतार नूं भावे, जिवें परमेश्वर नूं भावेगा। महाराज साहिब जी तां जाणदे कि बाबा लहणा जी ने आउण वाले समय विच गुरियाई तख्त ते बैठना, पर महाराज सच्चे पातशाह ने गुझे भेद नूं संगत जी किसी दे सामने प्रतख प्रगट नहीं सी करना कीता। जिमें जिमें परखां करते रहे है, बाबा श्री चंद बाबा लक्ष्मी दास महाराज जी के साहबजादे वो अगों भावें जवाब देंदे रहे ने, पर भाई लहणा जी ने कदे नहीं संगत जी अगों कदे जवाब देना कीता। भावें किन्नी भी वड्डी तो वड्डी महाराज जी की परख कीती है। जेकर गंदे नाले विच कटोरा डिगदा उन्होंने कढ़ण दे वास्ते महाराज साहिब जी अपने साहबजादियां नूं कहंदे अगों जवाब दे देंदे, महाराज असीं गुरु सपुत्तर हैं, असीं गंदे नाले विच वड़दे चंगे लगदे आ, होर किसी महाराज किसी नौकर नूं आखदे वो किन्ने तुहाडे सिख है। ते जदों बाबा लहणा जी वल महाराज तकदे है, उसी समय कमर कसा करके रखदे है। महाराज सच्चे पातशाही दा वचन 7 वचन करके मनदे, गंदे नाले दे विचों कटोरा कढ देंदे है। फिर सारी संगत जी जिहड़ा नदीन सीगा गारे दे नाल पंड जिहड़ी वो भी अपने सीस ते भाई लहणा जी ने चक करके लियाउणा कीती है। माता सुलखणी जी जेकर कहंदे महाराज ये सिख दा नवां आया जापदा जिहड़ा भाई लहणा है। गरीब नवाज महाराज सच्चे पातशाह हुंदे सारे इन्ने भारे इन्हां नूं सेवा ला दित्ती है। महाराज किन्नी सोहनी पोशाक इन्हां ने तन ते धारण कीती सी, सारी पोशाक देखो गारे दे नाल लिबड़ गई है। ते हजूर ने वचन कीता सी, हे सुलखणी जी ये गारे दे नाल नहीं चंदन दा छिड़का होया। ते उस समय कहन लगे किदां दी बदबू आ रही, कहंदे नहीं इन्हां तो चंदन दी महक आउंदी पई है। किन्नी भारी महाराज तुसीं पंड चुका दित्ती, कहंदे नहीं ये कोई घाह दी कोई नदीन दी पंड नहीं है, ये महाराज सच्चे पातशाह कहंदे आउण वाले समय विच इन्हां ने गुरियाई दी भारी पंड अपने सीस ते चकनी है, भाव गुरता गद्दी ते इन्हां ने विराजमान होना है। जदों महाराज जी ने वचन किए सन उस समय संगत जी जिवें केसर दा ते चंदन दा छिड़काव कीता हुंदा ते खुशबू आउण लग पैंदी है। इतिहास में जिक्र आउंदा कि माता सुलखणी जी नूं प्रतख उत्थे खुशबू आउण लग पई सीगी, पर सतगुरु जी ने फिर भी भेद नूं गुझा ही रखना कीता। महान परखां कीतियां संगत जी। जेकर सिखां तो डरदी हुई एक बिल्ली मूँह दे विच चूहा पाया ते डरदी हो उत्थे धर्मशाला भी छुट करके चली जाती है। महाराज अपने साहबजादियां जी नूं वचन करदे है, वो अगों इनकार कर देंदे। भाई लहणा जी वाल महाराज इशारा ही करदे, उस समय महाराज मरे हुए चूहे नूं फड़ करके बाहर छुट के फिर हाथ सुचे करके हजूर दे चरणां विच आ जांदे। जे किते धर्मशाला दी बहुत हनेरी ते लगातार मीह आने करके सारी संगत जी कंध डिग पैंदी है ते सारी रात भाई लहणा जी मोढा रख के ना अपना उस सटीरे दे हेठां सारी रात खड़े रहिंदे है कि धर्मशाला इत्थे बैठ के मेरे सतगुरु जी संगत नूं दर्शन दे के निहाल कर दे उपदेश देंदे है। वो धर्मशाला सारी रात मोढा दे करके महाराज खड़े रहिंदे है।
जे कंध उसारन वास्ते महाराज बचन करते हैं, अद्धी रात का समा हुंदा ते तां भी भाई लहणा जी कमर कसा करके महाराज जी का वचन मन के अद्धी रात के समय कंध उसारी करन लग पैंदे हन। जे किते संगत जी बहुत भारी गिणती भी सिख संगतां दा इकट्ठ हुंदा है, गरीब नवाज धन गुरु नानक देव साहिब महाराज साहिब जी के चरणों में सिख आके बेनती करते हैं, गरीब नवाज संगत बहुत गिणती विच आप जी के दर्शनां वास्ते आई है। महाराज दूरों दूरों संगतां चल के आईयां छकण दे वास्ते, महाराज कुछ नहीं है, भाव लंगर तैयार करने दे वास्ते साडे कोल कोई साधन नहीं है। बहुत भारी वरखा होई जा रही लगातार, किवें प्रसादा तैयार करना है महाराज, किवें संगत की तृप्ति की जा सकती है। किन्ने दिनों तो महाराज 2-3 दिन लंघ गए ने संगत नूं भुखिया ही, ते हजूर ने वचन कीता। पहला तो अपने साहबजादियां नूं महाराज जी ने वचन कीता, उत्थे किकर दा रुख सी, कहण लगे ऐ पुत्र इस किकर दे रुख दे उपर चढ़ो, जाके टाणी नूं हिलाओ ते मिठाइयां डिगणगियां। ते सुन करके अगों जवाब इस ढंग दे नाल दिता, कहण लगे पिता सतगुरु जी कदे रुखां नूं मिठाइयां लगियां ना, तां कदे असीं सुणिया ते ना कदे अखीं देखिया। ऐ पिता जी तुहाडी उम्र वडेरी हो गई है, पता नहीं किदां दे तुसीं वचन करी जांदे पए हो। ते जदों भाई लैणा जी वाल महाराज जी ने इशारा किया, उसी समय कमर कसा करके उपर चढ़न लग पए ने। ते नेड़े जेड़े सिख सन वो कहण लगे भाई लैणा सतगुरु जी तां इदां दे सुभाਅ दे हो गए है, तू भी उन्हां वर्गा ही होई जांदा, कदे किकर नूं भी मिठाइयां लगियां ने। जदों इहो कहा ते भाई लैणा जी ने पता की जवाब दिता, संगत जी कहण लगे मैनू इहदे नाल कोई मतलब नहीं है, मिठाइयां धरती ते डिगण चाहे ना डिगण, पर मेरा फर्ज बनदा अपने मालिक दा हुक्म मनण दा। मैं ते हुक्म मनना, मैं ते अपने मालिक दी आग्या दा पालन करना। इहो कहंदे हो उसे समय तत्काल किकर दे रुख दे उपर चढ़ गए, ते जदों टाणियां नूं हलूणिया ते संगत जी तरह तरह दी मिठाइयां धरती ते डिगण लग पईयां। सारी संगत देख करके हैरान हो गई, ते जेड़े सिख मखौल करते सन भाई लैणा जी नूं, उन्हां दे संगत जी मुख तो कोई शब्द ना निकलिया। बड़े उन्हां ने शर्मिंदिया होना कीता कि असीं जे महाराज जी दा वचन मल नहीं दे ते सानूं महाराज जी दीआं खुशियां प्राप्त हो जाणियां सन। कैसी कला गरीब नवाज सतगुरु जी ने वरता दिती है। ते जे किते महाराज परख करदियां होइयां भाई लैणा जी नूं कहिंदे कि बाद किन्ना कुछ समय, ते जे अद्धी रात दा समा महाराज ने कहना कि बाहर तां दिन चढ़िया। हाँ महाराज मेरे तो गलती हो गई, मैनू देखने दे विच भुलेखा लग गया होवेगा, मेरी महाराज निगाह विच फर्क होवेगा। सच्चे पातशाह बाहर तां धुप ही चढ़ी है। ते गरीब नवाज साहिब जी ने कहना कि नहीं धुप कित्थे, अद्धी रात दा समय भी आखी जांदे हो। ते नहीं महाराज मेरे तो भुल हो गई। फिर आखना कि महाराज भुल हो गई। जे कोई गलती हो गई तो आखना भुल हो गई है। ते जे कोई महाराज सच्चे पातशाह कहना इवें है, सच्चे पातशाह भाई लैणा जी ने अगों आख देना महाराज तुहाडा भाड़ा ही है, तुहाडे भाणे भी जिन्ना समा बतीत हो गया जिन्ना रहिंदा महाराज उह भी तुहाडे भाणे विच ही है। ऐसियां महान परखां सच्चे पातशाह जी करदे रहे। हर एक परख दे विच भाई लैणा जी पूरे उतरदे रहे है। जदों अखीरली परख कीती है ना संगत जी, धन गुरु नानक देव साहिब महाराज साहिब जी ने धानक रूप धारण करना कीता है। करतारपुर साहिब नगर दे विच गरीब नवाज महाराज जी ने जिवें सीस दे उपर जिवें मड़ासा बद्धा हुंदा ना इदां संगत जी, और हजूर ने जिहड़ा कमर कसा कीता नाल रस्से भी बन्हना कीते है, हथ विच कुतका पकड़िया होया है, ते किन्ने सारे कुत्ते कुत्तियां संगत जी कूकर पिछे लाए हुए है। महाराज कदे किसे पासे जांदे कदे किसे पासे जांदे, ते जिन्हां दी सिद्ध कच्ची सानू सिख देख देख करके हैरान हुंदे, ते कई कहंदे कि महाराज दी उम्र वड्डी हो गई है, इस करके सतगुरु जी ने हुण कुछ पता नहीं चलदा। ते जिहड़ी महाराज करतारपुर साहिब विच खेती कराउंदे रहे संगत जी, जिस खेती दा फिर महाराज जी लंगर चलाउंदे रहे, खेती कर करके सिखां नूं नाल लैके महाराज जी ने किरत करनी है। अपने सिखां नूं भी गरीब नवाज सतगुरु जी ने सिखाया है।
ਉਹ ਖੇਤੀ ਕਰਨੀ। ਤੇ ਜਦੋਂ ਸਾਰੀ ਇੱਕ ਵਾਰ ਖੇਤੀ ਕਰਕੇ ਜਿੰਨੇ ਵੀ ਸੰਗਤ ਜੀ ਅਨਾਜ ਦੇ ਦਾਣੇ ਸਨ ਸਭ ਤੋਂ ਬੋਹਲ ਲਗਾ ਦਿੱਤੇ ਗਏ। ਮਹਾਰਾਜ ਕਹਿੰਦੇ ਇਹਨਾਂ ਨੂੰ ਅੱਗ ਲਾ ਕੇ ਸੜ ਦੇਵੋ। ਤੇ ਇੰਨੀ ਮਿਹਨਤ ਕੀਤੀ, ਕਿਹਦਾ ਸੰਗਤ ਜੀ ਹਿਆ ਨਹੀਂ ਸੀ ਕਿਸੇ ਦਾ ਪੈਂਦਾ ਕਿ ਅੱਗੇ ਹੋ ਕੇ ਅੱਗ ਲਾ ਦੇਵੇ, ਪਰ ਮਹਾਰਾਜ ਜੀ ਦਾ ਵਚਨ ਮੰਨਣਾ ਪਿਆ। ਇਦਾਂ ਦੇ ਕੌਤਕ ਦੇਖ ਕਰਕੇ ਜਿਹੜੇ ਸਿਦਕ ਦੇ ਕੱਚੇ ਸਿੱਖ ਸਾਨੂੰ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ। ਪਹਿਲਾਂ ਮਹਾਰਾਜ ਜੀ ਨੇ 8 ਪਹਿਰਾਂ ਵਿੱਚ ਇੱਕ ਸਮੇਂ ਪ੍ਰਸ਼ਾਦਾ ਕਰ ਦਿੱਤਾ, ਫਿਰ 2 ਫਿਰ 3 ਦਿਨ ਬਾਅਦ ਪ੍ਰਸ਼ਾਦਾ ਛਕਣਾ, ਲੰਗਰ ਸ਼ੁਰੂ ਕਰਨਾ। ਇਉਂ 10 ਦਿਨ ਭੁੱਖੇ ਰੱਖਿਆ ਸਿੱਖਾਂ ਨੂੰ। ਮਹਾਰਾਜ ਜੀ ਨੇ ਕਲਾ ਇਦਾਂ ਦੀ ਵਰਤਾਈ, ਪਰਖ ਕਰਦਿਆਂ ਹੋਏ ਕਿ ਕਿਹੜਾ ਸਿੱਖ ਪੂਰਾ ਉਤਰਦਾ ਹੈ, ਕਿਹੜਾ ਕਸਵੱਟੀ ਤੇ ਪੂਰਾ ਉਤਰਦਾ ਹੈ। ਮਹਾਰਾਜ ਸਾਹਿਬ ਜੀ ਨੇ ਐਸੀ ਕਲਾ ਵਰਤਾਵਣਾ ਕੀਤੀ। ਤੇ ਜਿਹੜੇ ਸਿਦਕ ਦੇ ਕੱਚੇ ਸਿੱਖ ਸਾਨੂੰ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ ਕਿ ਸਾਡੇ ਤੋਂ ਭੁੱਖਿਆ ਨਹੀਂ ਇੱਥੇ ਰਿਹਾ ਜਾਂਦਾ। ਤੇ ਕੇਵਲ ਚੰਦ ਕੋ ਗਿਣਤੀ ਵਿੱਚ ਸਿੱਖ ਬਾਕੀ ਬਚੇ ਸਨ, ਜਿਨ੍ਹਾਂ ਵਿੱਚੋਂ ਭਾਈ ਸਾਧਾਰਨ ਜੀ, ਭਾਈ ਭਗੀਰਥ ਜੀ, ਬਾਬਾ ਬੁੱਢਾ ਜੀ ਤੇ ਬਾਬਾ ਲਹਿਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਜੰਗਲ ਦੇ ਵਿੱਚ ਜਾ ਰਹੇ, ਹੱਥ ਵਿੱਚ ਕੁਤਕਾ ਫੜਿਆ ਹੋਇਆ। ਜਿਹੜਾ ਵੀ ਕੋਈ ਸਿੱਖ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ, ਮਹਾਰਾਜ 2 ਕੁਤਕੇ ਉਹਦੇ ਲੱਕ ਦੇ ਵਿੱਚ ਮਾਰਦੇ ਬੜੇ ਜ਼ੋਰ ਦੇ ਨਾਲ। ਤੇ ਹੁਣ ਪਹਿਲਾਂ ਤਾਂ ਇਦਾਂ ਦੇ ਕੌਤਕ ਦੇਖਦੇ ਕਰਕੇ ਭੱਜਦੇ, ਹੁਣ ਕੁਤਕਾ ਕਿਹੜਾ ਖਾਵੇ। ਮਹਾਰਾਜ ਜੀ ਦੀ ਵਡੇਰੀ ਉਮਰ ਜਾਣ ਕਰਕੇ ਕਿ ਪਤਾ ਨਹੀਂ ਸੱਚੇ ਪਾਤਸ਼ਾਹ ਜੀ ਦੀ ਸੁਧ ਰਹੇ ਵੀ ਹੈ ਕਿ ਨਹੀਂ, ਇਦਾਂ ਦੇ ਮਨ ਵਿੱਚ ਵਿਚਾਰਾਂ ਦੀਆਂ ਗਿਣਤੀਆਂ ਗਿਣਦੇ ਹੋ ਸਿੱਖ ਘਰਾਂ ਨੂੰ ਭੱਜਣੇ ਸ਼ੁਰੂ ਹੋ ਗਏ ਹੈ। ਕੋਈ ਹੁਣ ਨੇੜੇ ਵੀ ਨਹੀਂ ਆਉਂਦਾ ਮਹਾਰਾਜ ਜੀ ਦੇ ਕਿ ਸਤਿਗੁਰੂ ਜੀ ਤਾਂ ਬੜੀ ਜ਼ੋਰ ਦੇ ਨਾਲ ਕੁਤਕਾ ਮਾਰਦੇ ਨੇ। ਪਰ ਧੰਨ ਹਨ ਭਾਈ ਲਹਿਣਾ ਜੀ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦਾ ਪੱਲਾ ਨਹੀਂ ਛੱਡਿਆ। ਗਰੀਬ ਨਵਾਜ ਸਤਿਗੁਰੂ ਜੀ ਜਦੋਂ ਜਾ ਰਹੇ, ਫਿਰ ਹਜੂਰ ਨੇ ਹੋਰ ਵੀ ਪਰਖ ਕੀਤੀ ਆਪਣੇ ਸਿੱਖਾਂ ਦੀ। ਸਾਧ ਸੰਗਤ ਜੀ, ਇਹ ਬਚਨ ਬਾਬਾ ਬੁੱਢਾ ਜੀ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸੁਣਾਇਆ ਸੀਗਾ। ਜਦੋਂ ਸੱਚਖੰਡ ਗਮਨ ਕਰਨਾ ਸੀ ਨਾ, ਉਹ ਸਮੇਂ 6ਵੇਂ ਪਾਤਸ਼ਾਹ ਜੀ ਨੇ ਬਚਨ ਸੁਣਾਏ ਸੀ। ਮਹਾਰਾਜ ਜੀ ਦੇ ਪੁੱਛਣ ਦੇ ਕਿ ਵੱਡੇ ਸਤਿਗੁਰਾਂ ਦੇ ਕੌਤਕ ਸੁਣਾਓ, ਤੁਸੀਂ ਸੰਗਤ ਕੀਤੀ ਹੈ। ਉਸ ਸਮੇਂ ਬਾਬਾ ਬੁੱਢਾ ਜੀ ਨੇ ਮਹਾਰਾਜ ਜੀ ਨੂੰ ਬਚਨ ਸੁਣਾਇਆ ਕਿ ਮਹਾਰਾਜ ਜਦੋਂ ਜੰਗਲੇ ਵਿੱਚ ਜਾ ਰਹੇ ਨਾ, ਅਖੀਰਲੀ ਪਰਖ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਤੇ ਕਿਤੇ ਤਾਂ ਪੈਸਿਆਂ ਦੇ ਢੇਰ, ਕਿਤੇ ਰਸਤਾ ਜਿਹੜਾ ਧਰਤੀ ਸੀ ਉਹ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ, ਕਿਤੇ ਪੈਸੇ, ਕਿਤੇ ਮੋਹਰਾਂ ਮਹਾਰਾਜ ਜੀ ਨੇ ਚਾਂਦੀ ਦੀਆਂ ਵਿਛਾ ਦਿੱਤੀਆਂ। ਤੇ ਕਈ ਸਿੱਖ ਤਾਂ ਉਹਨਾਂ ਵਿੱਚ ਉਰਝੇ ਹੋ ਪੰਡਾ ਬਣ ਕੇ ਘਰਾਂ ਨੂੰ ਤੁਰੇ ਜਾ ਰਹੇ ਸਨ। ਪਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਖੀਰਲੀ ਪਰਖ ਕੀਤੀ, ਜੰਗਲ ਵਿੱਚ ਇੱਕ ਮੁਰਦਾ ਪਿਆ ਹੋਇਆ ਸੀ ਧਰਤੀ ਦੇ ਉੱਪਰ। ਤੇ ਉਸ ਸਮੇਂ ਤਾਂ ਮਹਾਰਾਜ ਅਸੀਂ ਵੀ ਝਾੜੀਆਂ ਦੇ ਉਹਲੇ ਲੁਕ ਗਏ ਸਾਂ। ਬਾਬਾ ਬੁੱਢਾ ਜੀ ਨੇ ਦੱਸਿਆ, ਕਹਿਣ ਲੱਗੇ ਮਹਾਰਾਜ ਅਸੀਂ ਸੀ ਭਾਈ ਸਾਧਾਰਨ ਤੇ ਭਾਈ ਭਗੀਰਥ ਤੇ ਭਾਈ ਲਹਿਣਾ, 4 ਸਿੱਖ ਬਾਕੀ ਬਚੇ ਸਨ, ਸਾਰੇ ਬਾਕੀ ਭੱਜ ਗਏ ਸੀਗੇ। ਜਦੋਂ ਮੁਰਦਾ ਦੇਖਿਆ ਤੇ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਅਸੀਂ ਤਿੰਨੇ ਤਾਂ ਝਾੜੀਆਂ ਉਹਲੇ ਲੁਕ ਗਏ ਸਾਂ ਕਿ ਮਹਾਰਾਜ ਸਾਨੂੰ ਨਾ ਕਿਤੇ ਬਚਨ ਕਰ ਦੇਣ। ਪਰ ਧੰਨ ਹਨ ਭਾਈ ਲਹਿਣਾ ਜੀ, ਮਹਾਰਾਜ ਜੀ ਦੇ ਅੱਗੇ ਹੋ ਕਰਕੇ ਬੇਨਤੀ ਕਰਦੇ, ਸਤਿਗੁਰੂ ਜੀ ਕੀ ਹੁਕਮ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਲਹਿਣਾ ਸਾਰੇ ਸਾਡਾ ਸਾਥ ਛੱਡ ਕੇ ਘਰਾਂ ਨੂੰ ਵਾਪਸ ਚਲੇ ਗਏ, ਕੋਈ ਪਿੱਛੇ ਮੁੜ ਗਿਆ, ਕੋਈ ਕਿਸੇ ਪਾਸੇ ਚਲਾ ਗਿਆ, ਕੋਈ ਕਿਸੇ ਪਾਸੇ ਚਲਾ ਗਿਆ। ਭਾਈ ਲਹਿਣਾ ਤੂੰ ਕਿਉਂ ਨਹੀਂ ਵਾਪਸ ਵਰਤਿਆ। ਤੇ ਵਿਰਾਗ ਵਿੱਚ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹਨਾਂ ਨੂੰ ਮਹਾਰਾਜ ਕਿਸੇ ਤੇ ਆਸਰਾ ਹੋਵੇਗਾ, ਉਹਨਾਂ ਨੇ ਕਿਸੇ ਨੂੰ ਆਪਣਾ ਸਮਝਿਆ ਹੋਵੇਗਾ, ਪਰ ਗਰੀਬ ਨਵਾਜ ਮੇਰਾ ਗਰੀਬ ਦੇ ਤੇ ਮਹਾਰਾਜ ਤੁਸੀਂ ਹੋ ਨਾ। ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ। ਕਿਰਪਾ ਕਰੋ ਮਹਾਰਾਜ ਆਪਣੇ ਚਰਨਾਂ ਦੇ ਨਾਲੋਂ ਵਿਛੋੜੋ ਨਾ। ਜਦੋਂ ਇਹ ਬਚਨ ਕੀਤਾ ਤੇ ਹਜੂਰ ਨੇ ਘੁੱਟ ਕੇ ਛਾਤੀ ਦੇ ਨਾਲ ਲਾਇਆ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਲਹਿਣਾ ਅੱਜ ਤੋਂ ਤੇਰਾ ਨਾਮ ਭਾਈ ਅੰਗਦ ਹੋਇਆ। ਮਹਾਰਾਜ ਕਹਿੰਦੇ ਜਿਵੇਂ ਗੰਗਾ ਦੇ ਲਹਿਰਾਂ ਦੇ ਵਿੱਚੋਂ ਲਹਿਰ ਉੱਠਦੀ ਹੈ ਨਾ, ਇਦਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਵਿੱਚੋਂ ਤੇਰੀ ਸਰੂਪ ਰੂਪੀ ਲਹਿਰ ਉੱਠੀ ਹੈ। ਮਹਾਰਾਜ ਕਹਿੰਦੇ ਤੈਨੂੰ ਗੁਰਿਆਈ ਤਖਤ ਤੇ ਬਿਰਾਜਮਾਨ ਕਰਦੇ ਆ। ਸੱਚੇ ਪਾਤਸ਼ਾਹ ਜੀ ਨੇ ਅੰਗਦ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਕੇ ਦਿੱਤਾ ਹੈ। ਔਰ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਿਆਈ ਦੀ ਦਾਤ ਬਖਸ਼ੀ। ਸੰਗਤ ਜੀ ਭਾਈ ਲਹਿਣਾ ਜੀ ਹਰ ਇੱਕ ਸਵੱਟੀ ਤੇ ਪੂਰੇ ਉਤਰੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਣੇ ਔਰ ਮਹਾਨ ਖੁਸ਼ੀਆਂ ਸਤਿਗੁਰੂ ਜੀ ਦੀਆਂ ਪ੍ਰਾਪਤ ਕੀਤੀਆਂ। ਫਿਰ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ
सतगुरु नानक देव साहिब पातशाह जी ने अपनी ज्योति जोत समाउण तो 5 दिन पहला गुरियाई दी दात दे के खडूर साहिब नगर विच भेज दिता सीगा कि साडे सपुत्र तुहाडे नाल ईर्खा करनगे। खडूर साहिब नगर विच जा करके तुसी संगतां दा उद्धार करना, सिੱਖੀ ਦਾ प्रचार ते पासार करना। ते संगत जी ऐसा महान प्रचार ते पासार गुरु अंगद देव साहिब पातशाह जी ने कीता। रहिंदी दुनिया तक संगत जी याद किया जाना। अज भी यादगारां उत्थे बणियां होईयां ने। महाराज जी ने मल अखाड़ा साहिब जेड़े छिंज पवा करके पहलवानां दीयां कुश्तियां कराउंदे रहे है। सच्चे पातशाह बच्चियां नूं गुरमुखी दे अखर पढ़ाउंदे रहे है। वो पवित्र अस्थान सतगुरु जी की यादगार उस तरह खडूर साहिब की पावन धरती ते है। ते जिथे सतगुरु जी का आगमन होया सी ना संगत जी, मत्ते की सराह वो सारा उजड़ गया। बाद विच वो नागे की सराह के नाम के नाल प्रसिद्ध होया। एक नागे साधु ने संगत जी उन्हें दोबारा आबाद किया सीगा। उत्थे गुरुद्वारा चरण कमल साहिब पवित्र अस्थान बनिया। जिस अस्थान की सेवा संत बाबा गुरमुख सिंह जी ते संत बाबा साधु सिंह जी पटियाले वाले महापुरखा ने, कार सेवा वाले महापुरखा ने करवाई सी। बहुत सोहना दरबार भी बनाया, उत्थे सरोवर भी बनाया। महापुरखा ने बड़े ही सोहनी ढंग दे नाल उत्थे सेवा करवाई, जिथे गरीब नवाज सतगुरु अंगद देव साहिब सच्चे पातशाही का आगमन होया सी। संगत जी अज सतगुरु जी का पवित्र प्रकाश पुरब है। सरबत संगतां नूं फेर तो बेअंत वधाइयां होवन। सतगुरु जी किरपा करन, सानू धर्म करों प्यारी सिੱਖੀ नाम की दात अपने चरणों का भरोसा ते प्यार बख्शिश करके निवाजण।